सत श्री अकाल दोस्तों, सवेर ਦੀਆਂ ਖਬਰਾਂ ਲੈ ਕੇ ਹਾਜ਼ਰ ਹਾਂ। ਸਾਡੇ ਇਸ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਡੇ ਤੱਕ ਸੂਬੇ ਦੇਸ਼ ਅਤੇ ਵਿਦੇਸ਼ਾਂ ਦੀਆਂ ਖਬਰਾਂ ਪਹੁੰਚ ਸਕਣ। ਪਹਿਲੀ ਖਬਰ ਵੱਲ ਰੁਕ ਕਰਦੇ ਹਾਂ। ਮਹਿੰਗੀ ਹੋ ਸਕਦੀ ਹੈ ਚੀਨੀ, ਜਲਦ ਹੀ ਇੰਨੇ ਰੁਪਏ ਤੱਕ ਵੱਧ ਸਕਦੀ ਹੈ। ਹਾਂਜੀ ਦੋਸਤੋ, ਦੱਸ ਦਈਏ ਗੰਨਾ ਕਾਸ਼ਤਕਾਰਾਂ ਨੂੰ ਰਾਹਤ ਦੇਣ ਲਈ ਸਰਕਾਰ ਜਲਦ ਚੀਨੀ ਦਾ MSP ਯਾਨੀ ਘੱਟੋ ਘੱਟ ਵੇਚ ਮੁੱਲ ਪਤਾ ਵਧਾ ਸਕਦੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਇਸ ਦੇ ਬਣੀ ਸਕੱਤਰੇਤ ਦੀ ਕਮੇਟੀ ਨੇ ਚੀਨੀ ਦੇ MSP ਨੂੰ 2 ਰੁਪਏ ਤੱਕ ਵਧਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਫੈਸਲੇ ਨਾਲ ਖੰਡ ਮਿੱਲਾਂ ਦਾ ਨਕਦੀ ਪ੍ਰਵਾਹ ਵੱਧ ਜਾਵੇਗਾ ਅਤੇ ਆਸਾਨੀ ਨਾਲ ਕਿਸਾਨਾਂ ਦੇ ਬਕਾਏ ਦੇ ਭੁਗਤਾਨ ਹੋ ਸਕੇਗਾ। ਦੱਸ ਦਈਏ ਕਿ ਸਾਲ 2019-2020 ਦੌਰਾਨ ਦੇਸ਼ ਭਰ ਵਿੱਚ ਗੰਨਾ ਉਤਪਾਦਕਾਂ ਦਾ ਚੀਨੀ ਉਤਪਾਦਕ ਖੰਡ ਮਿੱਲਾਂ ਤੇ ਬਕਾਇਆ 22,000 ਕਰੋੜ ਰੁਪਏ ਤੋਂ ਪਾਰ ਹੋ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸਕੱਤਰਾਂ ਦੇ ਇੱਕ ਸਮੂਹ ਨੇ ਪਿਛਲੇ ਹਫ਼ਤੇ ਹੋਈ ਬੈਠਕ ਵਿੱਚ ਕੀਮਤ ਵਧਾਉਣ ਤੇ ਆਪਣੀ ਸਹਿਮਤੀ ਦੇ ਦਿੱਤੀ ਹੈ। ਹਾਂਜੀ ਦੋਸਤੋ, ਨਾਲ ਹੀ ਤੁਹਾਨੂੰ ਦੱਸ ਦਈਏ ਕਿ ਦੇਸ਼ ਦੇ ਵੱਡੇ ਚੀਨੀ ਉਤਪਾਦਕ ਸੂਬਿਆਂ ਦੇ ਸੁਝਾਅ ਤੋਂ ਬਾਅਦ ਇਸ ਪ੍ਰਸਤਾਵ ਤੇ ਵਿਚਾਰ ਕੀਤਾ ਗਿਆ ਹੈ ਅਤੇ ਇੱਕ ਸਹੀ ਫੈਸਲਾ ਹੋ ਸਕਦਾ ਹੈ। ਇਸ ਦੇ ਨਾਲ ਹੀ ਫੈਸਲੇ ਤੇ ਨੀਤੀ ਆਯੋਗ ਨੇ ਸਹਿਮਤੀ ਦੇ ਦਿੱਤੀ ਹੈ। ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਦੌਰਾਨ ਅਜਿਹੇ ਫੈਸਲੇ ਲਏ ਜਾਣਗੇ ਜਿਸ ਨਾਲ ਸਿੱਧੇ ਕਿਸਾਨਾਂ ਨੂੰ ਮਦਦ ਮਿਲ ਸਕਦੀ ਹੈ। ਪਿਛਲੇ ਵਾਰ ਸਰਕਾਰ ਨੇ ਫਰਵਰੀ 2019 ਵਿੱਚ ਚੀਨੀ ਦੇ MSP ਵਿੱਚ ਵਾਧਾ ਕੀਤਾ ਸੀ, ਜਦੋਂ ਕਿ ਇਸ ਨੂੰ 31 ਰੁਪਏ ਤੱਕ ਪ੍ਰਤੀ ਕਿਲੋਗ੍ਰਾਮ ਤੈਅ ਕੀਤਾ ਗਿਆ ਸੀ। ਚੀਨੀ ਉਤਪਾਦਕ ਨਾਲ ਸਾਲ 1 ਅਕਤੂਬਰ ਤੋਂ ਅਗਲੇ ਸਾਲ 30 ਸਤੰਬਰ ਤੱਕ ਗਿਣਿਆ ਜਾਂਦਾ ਹੈ। ਜੇਕਰ ਸਟੇਟ ਐਡਵਾਈਜ਼ਰ ਪ੍ਰਾਈਸ ਦੀ ਗੱਲ ਕਰੀਏ ਤਾਂ ਖੰਡ ਮਿੱਲਾਂ ਤੇ ਗੰਨਾ ਉਤਪਾਦਕਾਂ ਦਾ ਬਕਾਇਆ 22,079 ਕਰੋੜ ਹੋ ਗਿਆ ਹੈ, ਜਦਕਿ ਕੇਂਦਰ ਵੱਲੋਂ ਐਲਾਨੇ ਗਏ ਫੇਅਰ ਐਂਡ ਰਿਮਿਨਰੇਟਿਵ ਪ੍ਰਾਈਸ ਦੇ ਲਿਹਾਜ਼ ਨਾਲ ਇਹ ਬਕਾਇਆ 17,683 ਕਰੋੜ ਰੁਪਏ ਹੁੰਦਾ ਹੈ। ਹਾਂਜੀ ਦੋਸਤੋ, ਅਗਲੀ ਖਬਰ ਸਿੱਖਿਆ ਵਿਭਾਗ ਨਾਲ ਸੰਬੰਧਿਤ ਹੈ। 9ਵੀਂ ਤੋਂ 12ਵੀਂ ਦੇ ਸਿਲੇਬਸ ਹੋਏ 30% ਘੱਟ CBSE ਨੇ ਲਿਆ ਫੈਸਲਾ। ਕੋਰੋਨਾ ਇਨਫੈਕਸ਼ਨ ਦੇ ਕਾਰਨ ਸਕੂਲਾਂ ਦੇ ਫਿਲਹਾਲ ਸਤੰਬਰ ਤੋਂ ਪਹਿਲਾਂ ਖੁੱਲ੍ਹਣ ਦੇ ਆਸਾਰ ਬਣਦੇ ਦੇਖ CBSE ਨੇ 9ਵੀਂ ਤੋਂ 12ਵੀਂ ਤੱਕ ਦੇ ਸਿਲੇਬਸ ਨੂੰ 30% ਤੱਕ ਘੱਟ ਕਰ ਦਿੱਤਾ ਹੈ। ਮਨੁੱਖੀ ਵਸੀਲਿਆਂ ਬਾਰੇ ਵਿਕਾਸ ਮੰਤਰਾਲੇ ਦੇ ਨਿਰਦੇਸ਼ ਮਗਰੋਂ CBSE ਨੇ ਇਹ ਫੈਸਲਾ ਕੀਤਾ ਹੈ। ਹਾਲਾਂਕਿ ਮੰਤਰਾਲੇ ਨੇ ਸਪਸ਼ਟ ਕੀਤਾ ਹੈ ਕਿ ਸਿਲੇਬਸ 'ਚ ਇਹ ਸੋਧ ਸਿਰਫ ਵਿਦਿਅਕ ਸੈਸ਼ਨ 2020-21 ਲਈ ਹੀ ਕੀਤੀ ਗਈ ਹੈ। ਇਸ ਦੇ ਚਲਦੇ ਮੌਜੂਦਾ ਸੈਸ਼ਨ ਨੂੰ ਨੁਕਸਾਨ ਦੇ ਬਾਵਜੂਦ ਵੀ ਸਮੇਂ ਸਿਰ ਪੂਰਾ ਕੀਤਾ ਜਾ ਸਕੇਗਾ। ਸਕੂਲਾਂ 'ਚ ਨਵੇਂ ਵਿਦਿਅਕ ਸੈਸ਼ਨ ਦੀ ਸ਼ੁਰੂਆਤ 1 ਅਪ੍ਰੈਲ ਤੋਂ ਹੁੰਦੀ ਹੈ, ਜਿਹੜੀ ਇਸ ਵਾਰੀ ਵੀ ਸ਼ੁਰੂ ਹੋ ਗਈ ਹੈ, ਪਰ ਸਕੂਲ ਵੀ ਬੰਦ ਹਨ। ਮਨੁੱਖੀ ਵਸੀਲਿਆਂ ਬਾਰੇ ਵਿਕਾਸ ਮੰਤਰੀ ਰਮੇਸ਼ ਪੋਖਰੀਅਲ ਨਿਸ਼ੰਕ ਨੇ ਮੰਗਲਵਾਰ ਨੂੰ CBSE ਦੇ ਸਿਲੇਬਸ 'ਚ ਕੀਤੀ ਗਈ ਸੋਧ ਦੀ ਜਾਣਕਾਰੀ ਦਿੱਤੀ ਹੈ। ਨਾਲ ਹੀ ਕਿਹਾ ਗਿਆ ਕਿ ਇਸ ਸੋਚ 'ਚ ਸਿਲੇਬਸ ਦੀ ਮੂਲ ਧਾਰਨਾ ਨਾਲ ਛੇੜਛਾੜ ਨਹੀਂ ਕੀਤੀ ਗਈ, ਉਸ ਨੂੰ ਜਿਉਂ ਤਾਂ ਤਿਉਂ ਹੀ ਰੱਖਿਆ ਗਿਆ ਹੈ। ਮੰਤਰਾਲੇ ਨੇ ਸਿਲੇਬਸ ਨੂੰ ਛੋਟ ਕਰਨ ਲਈ ਆਪਣੀ ਕਵਾਇਦਾ ਮਈ ਦੇ ਅੰਤ 'ਚ ਹੀ ਸ਼ੁਰੂ ਕਰ ਦਿੱਤੀ ਸੀ, ਜਿਸ ਵਿੱਚ ਬਾਅਦ 'ਚ ਮਾਪਿਆਂ ਤੇ ਸਿੱਖਿਆ ਮਾਹਿਰਾਂ ਤੋਂ ਵੀ ਸੋਸ਼ਲ ਮੀਡੀਆ ਦੇ ਜ਼ਰੀਏ ਸੁਝਾਅ ਮੰਗੇ ਗਏ ਸਨ। ਕਰੀਬ 1500 ਸੁਝਾਅ ਆਏ ਸਨ, ਜਿਨ੍ਹਾਂ ਦਾ ਅਧਿਐਨ ਕਰਨ ਮਗਰੋਂ ਮੰਤਰਾਲੇ ਨੇ CBSE ਅਜਿਹੇ ਬੱਚਿਆਂ ਦੇ ਸਿਲੇਬਸ 'ਚ ਸੋਧ ਕਰਨ ਲਈ ਨਿਰਦੇਸ਼ ਦਿੱਤੇ ਸਨ ਜਿਨ੍ਹਾਂ ਦੀ 2020-21 'ਚ ਬੋਰਡ ਪ੍ਰੀਖਿਆਵਾਂ ਹੋਣੀਆਂ ਹਨ, ਜਾਂ ਫਿਰ ਜਿਹੜੇ ਅਗਲੇ ਸੈਸ਼ਨ 'ਚ 10ਵੀਂ ਤੇ 12ਵੀਂ 'ਚ ਪਹੁੰਚਣਗੇ। ਇਸ ਦੌਰਾਨ CBSE ਨੇ ਆਪਣੇ ਨਾਲ ਜੁੜੇ ਸਾਰੇ ਸਕੂਲਾਂ ਨੂੰ ਸੋ ਸਿਲੇਬਸ ਨਾਲ ਹੀ ਕਿਹਾ ਗਿਆ ਹੈ ਕਿ ਸਿਲੇਬਸ ਤੋਂ ਜ਼ਿਆਦਾ ਚੈਪਟਰ ਜਾਂ ਵਿਸ਼ਾ ਹਟਾ ਦਿੱਤਾ ਗਿਆ ਹੈ। ਉਸ ਦੇ ਆਧਾਰ ਤੇ ਹੁਣ ਨਾ ਤਾਂ ਇੰਟਰਨਲ ਅਸੈਸਮੈਂਟ ਕੀਤੀ ਜਾਵੇਗੀ, ਨਾ ਹੀ ਉਸ ਦੇ ਨਾਲ ਜੁੜੇ ਸਵਾਲ। ਸਕੂਲਾਂ ਨੂੰ ਸਿਲੇਬਸ 'ਚ ਕੀਤੇ ਗਏ ਬਦਲਾਅ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਾਉਣ ਲਈ ਕਿਹਾ ਗਿਆ ਹੈ ਕਿ CBSE ਨੇ ਇਸ ਦੌਰਾਨ ਆਪਣੀ ਤੇ ਸੋਧਿਆ ਸਿਲੇਬਸ ਜਾਰੀ ਕਰ ਦਿੱਤਾ ਹੈ, ਜਿਸ ਦੇ ਨਾਲ ਹੀ ਮੰਤਰਾਲੇ ਨੇ ਸਾਰੇ ਜਾਰੀ ਆਪਣੇ ਨਿਰਦੇਸ਼ 'ਚ ਕਿਹਾ ਕਿ 9ਵੀਂ ਤੋਂ 12ਵੀਂ ਤੋਂ ਇਲਾਵਾ ਸਕੂਲਾਂ ਦਾ 1 ਤੋਂ 8ਵੀਂ ਤੱਕ ਸਿਲੇਬਸ ਪਹਿਲਾਂ ਵਾਂਗ ਰਹੇਗਾ। NCERT ਦੇ ਵਿਦਿਅਕ ਕੈਲੰਡਰਾਂ ਦੇ ਆਧਾਰ ਤੇ ਇਹਨਾਂ ਦੀ ਪੜ੍ਹਾਈ ਬਰਾਬਰੀ ਕਰਵਾਈ ਜਾਏਗੀ। ਦੱਸਣਯੋਗ ਹੈ ਕਿ ਕੋਰੋਨਾ ਇਨਫੈਕਸ਼ਨ ਦੇ ਕਾਰਨ ਚਾਲੂ ਵਿਦਿਅਕ ਸੈਸ਼ਨ 'ਚ ਹੁਣ ਤੱਕ ਇੱਕ ਵੀ ਦਿਨ ਸਕੂਲ ਨਹੀਂ ਖੁੱਲ੍ਹੇ ਹਨ। ਹਾਲਾਂਕਿ ਸਰਕਾਰ ਦਾ ਦਾਅਵਾ ਹੈ ਕਿ ਵਿਦਿਆਰਥੀਆਂ ਨੂੰ ਘਰ ਬੈਠੇ ਹੀ ਆਨਲਾਈਨ ਪੜ੍ਹਾ ਰਹੀ ਹੈ, ਪਰ ਜ਼ਿਆਦਾ ਵਿਦਿਆਰਥੀਆਂ ਕੋਲ ਆਨਲਾਈਨ ਪੜ੍ਹਾਈ ਲਈ ਵਸੀਲੇ ਮੌਜੂਦ ਨਹੀਂ ਹਨ। ਅਜਿਹੇ 'ਚ ਇਹਨਾਂ ਦੀ ਪੜ੍ਹਾਈ ਨੂੰ ਲੈ ਕੇ ਚੁਣੌਤੀ ਬਰਕਰਾਰ ਹੈ। ਅਗਲੀ ਖਬਰ ਦੋਸਤੋ, ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਨੇ ਕੀਤਾ ਗ੍ਰਿਫਤਾਰ। ਹਾਂਜੀ ਦੋਸਤੋ,
ਦੱਸ ਦਈਏ ਤੁਹਾਨੂੰ ਕਿ ਵਿਜੀਲੈਂਸ ਬਿਊਰੋ ਦੀ ਟੀਮ ਨੇ ਮਾਲ ਹਲਕਾ ਕੋਕਪੁਰ ਦੇ ਪਟਵਾਰੀ ਨਰਿੰਦਰ ਸਿੰਘ ਨੂੰ ਜ਼ਮੀਨ ਦਾ ਇੰਤਕਾਲ ਮਨਜ਼ੂਰ ਕਰਵਾਉਣ ਦੇ ਨਾਂ ਤੇ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਹੈ। ਟੀਮ ਨੇ ਮੌਕੇ ਤੇ ਹੀ ਪਟਵਾਰੀ ਕੋਲੋਂ ਰੰਗ ਲੱਗੇ ਨੋਟਾਂ ਦੀ ਬਰਾਮਦ ਕੀਤੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਵਿਜੀਲੈਂਸ ਬਿਊਰੋ ਜਲੰਧਰ ਰੇਂਜ ਡੀਐਸਪੀ ਢਿੱਲੋਂ ਨੇ ਦੱਸਿਆ ਕਿ ਉਹਨਾਂ ਨੂੰ ਸੁਖਜੀਤ ਸਿੰਘ ਵਾਸੀ ਪਿੰਡ ਡਰੌਲੀ ਖੁਰਦ ਨੇ ਸ਼ਿਕਾਇਤ ਕੀਤੀ ਸੀ ਕਿ 2014 ਤੋਂ ਉਸਨੇ 7.5 ਮਰਲੇ ਜ਼ਮੀਨ ਸੁਰਜੀਤ ਕੌਰ ਮਨਹਾਸ ਹਾਲ ਵਾਸੀ ਕੈਨੇਡਾ ਵੱਲੋਂ ਕੋਲੋਂ ਖਰੀਦੀ ਸੀ, ਜਿਸ ਦਾ ਇੰਤਕਾਲ ਵੀ ਮਨਜ਼ੂਰ ਹੋ ਚੁੱਕਿਆ ਹੈ। ਜ਼ਮੀਨ ਖਰੀਦਣ ਤੋਂ ਬਾਅਦ ਜਦ ਉਹ ਜ਼ਮੀਨ 'ਚ ਬੋਰ ਕਰਨ ਲੱਗਾ ਤਾਂ ਮਨਜੀਤ ਕੌਰ ਵਾਸੀ ਡਰੌਲੀ ਖੁਰਦ ਨੇ ਉਸ ਨੂੰ ਬੋਰ ਕਰਨ ਤੋਂ ਰੋਕ ਦਿੱਤਾ। ਉਸ ਖਿਲਾਫ ਅਦਾਲਤ 'ਚ ਕੇਸ ਕਰ ਦਿੱਤਾ ਜੋ ਕਿ ਸੁਖਜੀਤ ਸਿੰਘ ਦੇ ਹੱਕ 'ਚ ਹੋਇਆ। ਫੈਸਲੇ ਦੀ ਕਾਪੀ ਲੈ ਕੇ ਜਦੋਂ ਪਟਵਾਰੀ ਨਰਿੰਦਰ ਸਿੰਘ ਕੋਲ ਪਹੁੰਚਿਆ ਤਾਂ ਉਸ ਦਾ ਇੰਤਕਾਲ ਮਨਜ਼ੂਰ ਕਰਨ ਲਈ ਕਿਹਾ ਤਾਂ ਉਸਨੇ ਇਸ ਕੰਮ ਲਈ 10,000 ਰੁਪਏ ਦੀ ਰਿਸ਼ਵਤ ਮੰਗੀ ਤੇ 5,000 ਰੁਪਏ ਉਸੇ ਵੇਲੇ ਉਸ ਕੋਲੋਂ ਲੈ ਲਏ ਤੇ ਬਾਕੀ ਰੁਪਏ 7 ਜੁਲਾਈ ਨੂੰ ਦੇਣੇ ਲਈ ਕਿਹਾ। ਸੁਖਜੀਤ ਸਿੰਘ ਦੀ ਸ਼ਿਕਾਇਤ ਤੇ ਵਿਜੀਲੈਂਸ ਬਿਊਰੋ ਯੂਨਿਟ ਕਪੂਰਥਲਾ ਦੇ ਡੀਐਸਪੀ ਅਸ਼ਵਨੀ ਕੁਮਾਰ, ਸਬ ਇੰਸਪੈਕਟਰ ਏਐਸਆਈ ਹਰੀਸ਼ ਕੁਮਾਰ ਤੇ ਹੋਰ ਟੀਮ ਨਾਲ ਸਰਕਾਰੀ ਗਵਾਹ ਲੈ ਕੇ ਪਟਵਾਰੀ ਦੇ ਦਫ਼ਤਰ 'ਚ ਟਰੈਪ ਲਾ ਕੇ ਰੰਗ ਲੱਗੇ 5,000 ਰੁਪਏ ਨਾਲ ਪਟਵਾਰੀ ਨਰਿੰਦਰ ਸਿੰਘ ਦੇ ਕਾਬੂ ਕਰ ਲਿਆ। ਹਾਂਜੀ ਦੋਸਤੋ, ਅਗਲੀ ਖਬਰ ਵੱਲ ਰੁਖ ਕਰਦੇ ਹਾਂ। ਪੰਜਾਬ 'ਚ ਅੱਜ 258 ਨਵੇਂ ਕਰੋਨਾ ਪੋਜ਼ਿਟਿਵ ਕੇਸ, 6 ਮੌਤਾਂ। ਜਾਣੋ ਆਪਣੇ ਜ਼ਿਲ੍ਹੇ ਦਾ ਹਾਲ। ਪੰਜਾਬ 'ਚ ਕਰੋਨਾ ਵਾਇਰਸ ਦਾ ਕਹਿਰ ਫਿਰ ਤੋਂ ਵੱਧਦਾ ਜਾ ਰਿਹਾ ਹੈ। ਅੱਜ ਕਰੋਨਾ ਵਾਇਰਸ ਦੇ 258 ਨਵੇਂ ਕੇਸ ਸਾਹਮਣੇ ਆਏ ਹਨ। ਸੂਬੇ 'ਚ ਕਰੋਨਾ ਮਰੀਜ਼ਾਂ ਦੀ ਗਿਣਤੀ 6,749 ਹੋ ਗਈ ਹੈ। ਅੱਜ ਕਰੋਨਾ ਵਾਇਰਸ ਨਾਲ 6 ਮੌਤਾਂ ਹੋਣ ਦੀ ਖਬਰ ਆਈ ਹੈ, ਜਿਸ ਵਿੱਚੋਂ ਅੰਮ੍ਰਿਤਸਰ, ਗੁਰਦਾਸਪੁਰ, ਸੰਗਰੂਰ, ਐਸਏਐਸ ਨਗਰ, ਲੁਧਿਆਣਾ ਤੇ ਫਤਿਹਗੜ੍ਹ ਸਾਹਿਬ 'ਚ ਇੱਕ ਮੌਤ ਹੋ ਗਈ ਹੈ। ਸੂਬੇ 'ਚ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 175 ਹੋ ਗਈ ਹੈ। ਮੰਗਲਵਾਰ ਨੂੰ 258 ਨਵੇਂ ਮਰੀਜ਼ ਸਾਹਮਣੇ ਆਏ। ਅੱਜ ਸਭ ਤੋਂ ਵੱਧ ਪੋਜ਼ਿਟਿਵ ਮਰੀਜ਼ ਲੁਧਿਆਣੇ ਤੋਂ ਆਏ ਹਨ। ਇੱਥੇ 78 ਮਰੀਜ਼ ਸੰਕਰਮਿਤ ਪਾਏ ਗਏ। ਅੱਜ ਕੱਲ੍ਹ 60 ਮਰੀਜ਼ ਇੱਥੇ ਸਿਹਤਯਾਬ ਹੋ ਗਏ ਹਨ ਅਤੇ ਜਿਨ੍ਹਾਂ ਵਿੱਚੋਂ ਸੰਗਰੂਰ 27, ਐਸਏਐਸ ਨਗਰ 5, ਗੁਰਦਾਸਪੁਰ 17, ਪਠਾਨਕੋਟ 4, ਹੁਸ਼ਿਆਰਪੁਰ 1, ਮੁਕਤਸਰ 1 ਅਤੇ ਕਪੂਰਥਲਾ ਤੋਂ 5 ਮਰੀਜ਼ ਸਿਹਤਯਾਬ ਹੋ ਗਏ ਹਨ। ਸੂਬੇ 'ਚ ਕੁੱਲ 3,52,363 ਲੋਕਾਂ ਦੇ ਸੈਂਪਲ ਹੁਣ ਤੱਕ ਕੋਵਿਡ ਟੈਸਟ ਲਈ ਭੇਜੇ ਜਾ ਚੁੱਕੇ ਹਨ, ਜਿਸ ਵਿੱਚ 6,749 ਮਰੀਜ਼ ਕਰੋਨਾ ਵਾਇਰਸ ਨਾਲ ਸੰਕਰਮਿਤ ਟੈਸਟ ਕੀਤੇ ਗਏ ਹਨ, ਜਦਕਿ 4,554 ਲੋਕ ਸਿਹਤਯਾਬ ਹੋ ਚੁੱਕੇ ਹਨ। ਇਹਨਾਂ 'ਚ 2,020 ਲੋਕ ਐਕਟਿਵ ਮਰੀਜ਼ ਹਨ। ਹਾਂਜੀ ਦੋਸਤੋ, ਅਗਲੀ ਖਬਰ ਕੈਨੇਡਾ ਤੋਂ ਹੈ। BC ਬ੍ਰਿਟਿਸ਼ ਕੋਲੰਬੀਆ 'ਚ ਲਾਇਸੈਂਸ ਬਣਾਉਣ ਦੀ ਉਡੀਕ ਖਤਮ, 19 ਤੋਂ ਸ਼ੁਰੂ ਹੋਵੇਗਾ ਟੈਸਟ। ਵੈਨਕੂਵਰ ਬ੍ਰਿਟਿਸ਼ ਕੋਲੰਬੀਆ 'ਚ ਗੱਡੀ ਲਈ ਲਾਇਸੈਂਸ ਲੈਣਾ ਹੈ ਤਾਂ ਤੁਹਾਡੇ ਲਈ ਗੁੱਡ ਨਿਊਜ਼ ਹੈ। BC ਰੋਡ ਟੈਸਟ 20 ਜੁਲਾਈ ਤੋਂ ਦੁਬਾਰਾ ਸ਼ੁਰੂ ਕਰਨ ਜਾ ਰਿਹਾ ਹੈ। ਕਰੋਨਾ ਵਾਇਰਸ ਮਹਾਮਾਰੀ ਕਾਰਨ ICBC ਰੋਡ ਟੈਸਟ ਮਾਰਚ ਤੋਂ ਬੰਦ ਸੀ ਤੇ ਕੋਵਿਡ-19 ਕਾਰਨ ਲਗਭਗ 50,000 ਗੈਰ ਵਪਾਰਕ ਰੋਡ ਟੈਸਟ ਰੱਦ ਕਰਨੇ ਪਏ। BC ਦੇ ਅਟਾਰਨੀ ਜਨਰਲ ਡੇਵਿਡ ਏਬੀ ਨੇ ਘੋਸ਼ਿਤ ਕੀਤਾ ਹੈ ਕਿ ਗੈਰ ਵਪਾਰਕ ਡਰਾਈਵਰ ਲਈ ICBC ਰੋਡ ਟੈਸਟ 20 ਜੁਲਾਈ ਨੂੰ ਦੁਬਾਰਾ ਸ਼ੁਰੂ ਹੋਣਗੇ। ਉਹਨਾਂ ਕਿਹਾ ਕਿ ਡਰਾਈਵਰਾਂ ਨੂੰ ਮੇਰੀ ਸਲਾਹ ਹੈ ਕਿ ਟੈਸਟ ਲਈ ਤਿਆਰ ਰਹੋ। ਜੇਕਰ ਤੁਸੀਂ ਇਸ ਟੈਸਟ ਵਿੱਚ ਫੇਲ ਹੋ ਜਾਂਦੇ ਹਾਂ ਤਾਂ ਤੁਹਾਨੂੰ ਲੰਮਾ ਸਮਾਂ ਇੰਤਜ਼ਾਰ ਕਰਨਾ ਪਵੇਗਾ। ਗੌਰਤਲਬ ਹੈ ਕਿ ਸਾਲ 2019 'ਚ BC ਹਰ ਮਹੀਨੇ ਲਗਭਗ 20,800 ਰੋਡ ਟੈਸਟ ਕਰ ਰਿਹਾ ਹੈ, ਜਿਨ੍ਹਾਂ 'ਚ ਤਕਰੀਬਨ 9,500 ਫੁੱਲ ਲਾਇਸੈਂਸ ਅਤੇ 8,890 ਨਵੇਂ ਲਰਨਰ ਲਈ ਹੋ ਰਹੇ ਸਨ। ਈਬੀ ਨੇ ਕਿਹਾ ਕਿ ਜਿਨ੍ਹਾਂ ਡਰਾਈਵਰਾਂ ਦੀ ਮਾਰਚ 'ਚ ਪ੍ਰੀਖਿਆ ਰੱਦ ਹੋ ਗਈ ਸੀ ਉਹਨਾਂ ਨੂੰ ਇਸ ਹਫ਼ਤੇ ICBC ਤੋਂ 1 ਸਾਲ ਆਵੇਗੀ ਅਤੇ ਉਹਨਾਂ ਦੀ ਵਾਰੀ ਪਹਿਲਾਂ ਆਵੇਗੀ। ਡਰਾਈਵਰਾਂ ਨੂੰ ਮੈਡੀਕਲ ਗ੍ਰੇਡ ਦੇ ਮਾਸਕ ਪਾਉਣ ਦੀ ਵੀ ਜ਼ਰੂਰਤ ਹੋਵੇਗੀ ਜੋ ICBC ਵੱਲੋਂ ਪ੍ਰਦਾਨ ਕੀਤੇ ਜਾਣਗੇ। ਚੀਨੀ ਫੌਜੀ ਦੀਆਂ ਵਾਪਸੀ ਦਾ ਸਿਲਸਿਲਾ ਜਾਰੀ, ਟਕਰਾਅ ਵਾਲੀਆਂ 2 ਥਾਵਾਂ ਤੋਂ ਢਾਂਚਾ ਹਟਾਈ। ਚੀਨੀ ਫੌਜੀ ਨੇ ਪੂਰਬੀ ਲੱਦਾਖ ਵਿੱਚ ਹਾਟ ਸਪਰਿੰਗਜ਼ ਅਤੇ ਗੋਗਰਾ ਵਿੱਚ ਝੜਪ ਵਾਲੇ ਖੇਤਰਾਂ ਤੋਂ ਅਸਥਾਈ ਢਾਂਚੇ ਨੂੰ ਹਟਾ ਦਿੱਤਾ ਹੈ। ਮੰਗਲਵਾਰ ਨੂੰ ਲਗਾਤਾਰ ਦੂਜੇ ਦਿਨ ਫੌਜੀਆਂ ਦੀਆਂ ਵਾਪਸੀ ਦਾ ਸਿਲਸਿਲਾ ਜਾਰੀ ਰਿਹਾ। ਇਸੇ ਦੌਰਾਨ ਗਲਵਾਨ ਘਾਟੀ ਵਿੱਚ ਝੜਪ ਵਾਲੀ ਥਾਂ ਤੋਂ ਭਾਰਤੀ ਫੌਜਾਂ ਦੀ 1.5 ਕਿਲੋਮੀਟਰ ਪਿੱਛੇ ਹਟ ਗਈ।
ਗੋਗਰਾ ਅਤੇ ਹਾਟ ਸਪ੍ਰਿੰਗ ਦੋ ਅਜਿਹੀਆਂ ਬਿੰਦੂ ਹਨ ਜਿੱਥੇ ਪਿਛਲੇ 8 ਹਫ਼ਤਿਆਂ ਤੋਂ ਦੋਹਾਂ ਦੇਸ਼ਾਂ ਦੀਆਂ ਫੌਜਾਂ ਵਿਚਾਲੇ ਟਕਰਾਅ ਵਾਲੀ ਹਾਲਤ ਬਣੀ ਹੋਈ ਸੀ। ਸੂਤਰਾਂ ਨੇ ਦੱਸਿਆ ਕਿ ਇਹਨਾਂ ਦੋ ਖੇਤਰਾਂ ਤੋਂ ਫੌਜੀਆਂ ਦੇ ਪਿੱਛੇ ਹਟਣ ਦਾ ਕੰਮ 2 ਦਿਨਾਂ ਵਿੱਚ ਪੂਰਾ ਹੋਣ ਦੀ ਸੰਭਾਵਨਾ ਹੈ ਅਤੇ ਇਹਨਾਂ ਖੇਤਰਾਂ ਤੋਂ ਚੀਨੀ ਫੌਜ ਦੁਆਰਾ ਫੌਜੀਆਂ ਦੀਆਂ ਲੋੜੀਂਦੀ ਵਾਪਸੀ ਵੀ ਕੀਤੀ ਗਈ ਹੈ। ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅਤੇ ਚੀਨੀ ਵਿਦੇਸ਼ੀ ਮੰਤਰੀ ਵਾਂਗ ਸ਼ੀ ਨੇ ਐਤਵਾਰ ਨੂੰ ਟੈਲੀਫੋਨ 'ਤੇ ਗੱਲਬਾਤ ਕੀਤੀ ਸੀ, ਜਿਸ ਵਿੱਚ ਉਹ ਅਸਲ ਕੰਟਰੋਲ ਰੇਖਾ ਤੋਂ ਫੌਜੀਆਂ ਦੀ ਤੇਜ਼ ਵਾਪਸੀ ਦੀ ਕਵਾਇਦਾਂ ਨੂੰ ਪੂਰਾ ਕਰਨ ਲਈ ਸਹਿਮਤ ਹੋਏ ਸਨ ਤੇ ਸੋਮਵਾਰ ਦੀ ਸਵੇਰ ਤੋਂ ਫੌਜੀਆਂ ਦੀ ਵਾਪਸੀ ਸ਼ੁਰੂ ਹੋ ਗਈ ਸੀ। ਸੂਤਰਾਂ ਨੇ ਦੱਸਿਆ ਕਿ ਭਾਰਤੀ ਫੌਜ ਖਿੱਤੇ ਵਿੱਚ ਫੌਜੀਆਂ ਦੀ ਵਾਪਸੀ 'ਤੇ ਲਗਾਤਾਰ ਨਜ਼ਰ ਰੱਖ ਰਹੀ ਹੈ ਅਤੇ ਕਿਸੇ ਵੀ ਘਟਨਾ ਨਾਲ ਨਜਿੱਠਣ ਲਈ ਅਤਿਅੰਤ ਚੌਕਸੀ ਵਰਤ ਰਹੀ ਹੈ। ਉਨ੍ਹਾਂ ਦੱਸਿਆ ਕਿ ਦੋਹਾਂ ਫੌਜਾਂ ਵਿਚਾਲੇ ਫੌਜੀਆਂ ਦੀ ਵਾਪਸੀ ਕਵਾਇਦੀ ਤੇ ਪਹਿਲੇ ਗੇੜ ਮਗਰੋਂ ਇਸ ਹਫ਼ਤੇ ਦੇ ਅੰਤ ਵਿੱਚ ਹੋਰ ਗੱਲਬਾਤ ਹੋਣ ਦੀ ਉਮੀਦ ਹੈ। ਹਾਂਜੀ ਦੋਸਤੋ, ਅਗਲੀ ਖਬਰ ਫਿਲਮ ਇੰਡਸਟਰੀ ਨਾਲ ਜੁੜੀ ਹੋਈ ਹੈ। ਮਾਡਲ ਰਾਵੀ ਕੌਰ ਬੱਲ ਦੇ ਮੰਗੇਤਰ ਤੇ ਮਿਊਜ਼ੀਕਲ ਕੰਪਨੀ ਦੇ ਮਾਲਕ ਓਮਕਾਰ ਸੰਧੂ ਦਾ ਹੋਇਆ ਦੇਹਾਂਤ। ਹਾਂਜੀ ਦੋਸਤੋ, ਦੱਸ ਦਈਏ ਕਿ ਮਿਊਜ਼ੀਕਲ ਪ੍ਰੋਡਿਊਸਰ ਤੇ ਪੰਜ ਆਬ ਰਿਕਾਰਡਸ ਦੇ ਮਾਲਕ ਓਮਕਾਰ ਸੰਧੂ ਦਾ ਦੇਹਾਂਤ ਹੋ ਗਿਆ ਹੈ। 6 ਜੁਲਾਈ ਨੂੰ ਜਦੋਂ ਉਹਨਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਤਾਂ ਪੂਰੀ ਮਿਊਜ਼ੀਕਲ ਇੰਡਸਟਰੀ 'ਚ ਸੋਗ ਦੀ ਲਹਿਰ ਦੌੜ ਗਈ। ਓਮਕਾਰ ਸੰਧੂ ਦੀ ਮੌਤ ਕਿਸ ਤਰ੍ਹਾਂ ਹੋਈ, ਇਸ ਦਾ ਅਜੇ ਕੋਈ ਖੁਲਾਸਾ ਨਹੀਂ ਹੋਇਆ ਹੈ। ਖਬਰਾਂ ਦੀ ਮੰਨੀਏ ਤਾਂ ਉਹਨਾਂ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਕੁਝ ਸਾਲ ਪਹਿਲਾਂ ਓਮਕਾਰ ਸੰਧੂ ਨੇ ਕੈਨੇਡਾ ਤੋਂ ਪੜ੍ਹਾਈ ਖਤਮ ਕਰਕੇ ਪੰਜਾਬ ਰਿਕਾਰਡਸ ਕੰਪਨੀ ਦੀ ਸ਼ੁਰੂਆਤ ਕੀਤੀ ਸੀ। ਕੁਝ ਮਹੀਨੇ ਪਹਿਲਾਂ ਹੀ ਉਹਨਾਂ ਦੀ ਮੰਗਣੀ ਰਾਵੀ ਬੱਲ ਨਾਲ ਹੋਈ ਸੀ। ਰਾਵੀ ਬੱਲ ਓਮਕਾਰ ਦੀ ਮੌਤ ਤੋਂ ਬਾਅਦ ਸਦਮੇ 'ਚ ਹੈ। ਉਹਨਾਂ ਨੇ ਦੱਸਿਆ ਕਿ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਬਹੁਤ ਹੀ ਭਾਵੁਕ ਪੋਸਟ ਪਾਈ ਹੈ। ਰਾਵੀ ਲਿਖਦੀ ਹੈ, ਮੈਂ ਆਪਣੀ ਤਕਲੀਫ ਲਿਖ ਨਹੀਂ ਸਕਦੀ। ਬੜਾ ਸ਼ੁਕਰ ਕਰਦੀ ਸੀ ਕਿ ਉਸ ਰੱਬ ਦਾ ਮੈਨੂੰ ਇੰਨਾ ਸੋਹਣਾ ਪਰਿਵਾਰ ਸਭ ਦਿੱਤਾ, ਪਰ ਕੋਈ ਮਾੜੇ ਕਰਮਾਂ ਦੀ ਸਜ਼ਾ ਦਿੱਤੀ ਮੈਨੂੰ ਉਸ ਰੱਬ ਨੇ। ਮੈਨੂੰ ਨਹੀਂ ਪਤਾ ਕਿ ਕਿਵੇਂ ਬਾਹਰ ਆਵਾਂਗੀ ਇੰਨੇ ਵੱਡੇ ਦੁੱਖ ਵਿੱਚੋਂ। ਪਿਓ ਭਰਾ ਤੇ ਹੁਣ ਜਿਹਨੇ ਮੈਨੂੰ ਸੰਭਾਲਿਆ ਮੇਰਾ ਹਮਸਫਰ ਉਹ ਵੀ ਗਿਆ ਤੇ ਓਮਕਾਰ ਦੀ ਮੌਤ ਬਹੁਤ ਹੈਰਾਨੀ ਭਰੀ ਹੈ। ਸਾਨੂੰ ਪਰਿਵਾਰ ਨੂੰ ਵੀ ਨਹੀਂ ਪਤਾ ਸੀ ਕਿ ਉਸ ਨੂੰ ਕੀ ਹੋਇਆ। ਸੁੱਤਾ ਹੀ ਨਹੀਂ ਉੱਠਿਆ। ਬਹੁਤ ਖੁਸ਼ ਸੀ ਉਹ। ਕੱਲ ਦਿਨੇ ਭਰ ਸਭ ਖਤਮ ਕਰ ਗਿਆ। ਇੱਕੋ ਰਾਤ ਵਿੱਚ ਰੱਬ ਮੈਨੂੰ ਜਿੰਦਾ ਲਾਸ਼ ਬਣਾ ਦਿੱਤਾ। ਮੈਨੂੰ ਵੱਧ ਘੱਟ ਕੁਝ ਨਾ ਪੁੱਛੋ, ਬੇਨਤੀ ਹੈ ਅਰਦਾਸ ਕਰੋ ਬਸ। ਮੇਰਾ ਓਮਕਾਰ ਜਿੱਥੇ ਵੀ ਹੈ ਰੱਬ ਉਸ ਨੂੰ ਆਪਣੇ ਚਰਚਾ 'ਚ ਜਗ੍ਹਾ ਬਖਸ਼ੇ। ਹਾਂਜੀ ਦੋਸਤੋ, ਅਗਲੀ ਖਬਰ ਰਾਜਨੀਤਿਕ ਨਾਲ ਸੰਬੰਧਿਤ ਹੈ। ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦਾ ਐਲਾਨ, ਸੁਖਬੀਰ ਸਿੰਘ ਬਾਦਲ ਨੂੰ ਹਟਾਇਆ। ਦੱਸ ਦਈਏ ਦੋਸਤੋ, ਪੰਜਾਬ ਦੀ ਸਿਆਸਤ ਵਿੱਚ ਅੱਜ ਉਸ ਵੇਲੇ ਵੱਡਾ ਧਮਾਕਾ ਹੋਇਆ ਜਦੋਂ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੁਣ ਲਿਆ ਗਿਆ। ਇਸ ਵੇਲੇ ਬਾਗੀ ਲੀਡਰਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਅਹੁਦੇ ਤੋਂ ਹਟਾਉਣ ਦਾ ਦਾਅਵਾ ਵੀ ਕੀਤਾ। ਉਂਝ ਟਕਸਾਲੀਆਂ ਦਾ ਇਹ ਦਾਅ ਚੱਲਦਾ ਦਿਖਾਈ ਨਹੀਂ ਦਿੱਤਾ ਕਿਉਂਕਿ ਢੀਂਡਸਾ ਦੇ ਬੇਟੇ ਪਰਵਿੰਦਰ ਢੀਂਡਸਾ ਨੇ ਖੁਦ ਹੀ ਮੰਨ ਲਿਆ ਕਿ ਜੇਕਰ ਕੋਈ ਕਾਨੂੰਨੀ ਅੜਿੱਕਾ ਆਇਆ ਤਾਂ ਉਹ ਆਪਣੇ ਸ਼੍ਰੋਮਣੀ ਅਕਾਲੀ ਨਾਲ ਡੈਮੋਕ੍ਰੈਟਿਕ ਸ਼ਬਦ ਜੋੜ ਲੈਣਗੇ। ਨੇ ਅੱਜ ਡਰਾਮਾ ਕੀਤਾ ਹੈ, ਉਹਨਾਂ ਨੂੰ ਅਜਿਹਾ ਕਰਨਾ ਸੋਭਤਾ ਨਹੀਂ ਹੈ। ਦਰਅਸਲ ਮੰਨਿਆ ਜਾ ਰਿਹਾ ਹੈ ਕਿ ਅੱਜ ਢੀਂਡਸਾ ਦੀ ਅਗਵਾਈ ਹੇਠ ਟਕਸਾਲੀ ਲੀਡਰ ਆਪਣੀ ਨਵੀਂ ਪਾਰਟੀ ਦਾ ਐਲਾਨ ਕਰਨਗੇ, ਪਰ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਉੱਪਰ ਹੀ ਆਪਣਾ ਹੱਕ ਜਤਾਉਂਦੇ ਸੁਖਦੇਵ ਸਿੰਘ ਢੀਂਡਸਾ ਨੂੰ ਪਾਰਟੀ ਪ੍ਰਧਾਨ ਚੁਣ ਲਿਆ। ਇਸ ਮੌਕੇ ਟਕਸਾਲੀ ਲੀਡਰਾਂ ਨੇ ਸੁਖਬੀਰ ਬਾਦਲ ਨੂੰ ਅਹੁਦੇ ਤੋਂ ਹਟਾਉਣ ਦਾ ਐਲਾਨ ਕੀਤਾ ਹੈ। ਇਸ ਕਰਕੇ ਕਾਫੀ ਭੰਬਲਭੂਸੇ ਵਾਲੀ ਹਾਲਤ ਬਣ ਗਈ ਹੈ। ਉਂਝ ਟਕਸਾਲੀ ਵੀ ਪੂਰੀ ਤਰ੍ਹਾਂ ਕਲੀਅਰ ਨਹੀਂ ਸੀ। ਇੱਕ ਪਾਸੇ ਉਹਨਾਂ ਇਸ ਨੂੰ ਅਸਲੀ ਅਕਾਲੀ ਦਲ ਕਿਹਾ ਪਿਆ, ਪਰ ਨਾਲ ਹੀ ਸੰਕੇਤ ਦਿੱਤੇ ਕਿ ਜੇਕਰ ਕਾਨੂੰਨੀ ਅੜਿੱਕਾ ਆਇਆ ਤਾਂ ਇਸ ਨਾਲ ਰੋਮੈਂਟਿਕ ਸ਼ਬਦ ਲਾ ਲਿਆ ਜਾਵੇਗਾ। ਟਕਸਾਲੀ ਲੀਡਰਾਂ ਨੇ ਕਿਹਾ ਕਿ ਜਲਦੀ ਹੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਮੂਹ ਅਕਾਲੀਆਂ ਦਾ ਇਕੱਠ ਕੀਤਾ ਜਾਵੇਗਾ। ਇਸ ਮੌਕੇ ਪਾਰਟੀ ਦੇ ਨਵੇਂ ਏਜੰਡੇ ਦਾ ਐਲਾਨ ਕੀਤਾ ਜਾਵੇਗਾ। ਉਹਨਾਂ ਐਲਾਨ ਕੀਤਾ ਇਸ ਅਸਲ ਸ਼੍ਰੋਮਣੀ ਅਕਾਲੀ ਦਲ ਹੈ। ਸੁਖਬੀਰ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਵਜੋਂ ਹਟਾ ਦਿੱਤਾ ਗਿਆ ਹੈ। ਪੰਜਾਬ ਤੇ ਹਰਿਆਣਾ 'ਚ ਕਈ ਥਾਈਂ ਬਾਰਿਸ਼। ਹਾਂਜੀ ਦੋਸਤੋ, ਤੁਹਾਨੂੰ ਦੱਸ ਦਈਏ ਕਿ ਮੰਗਲਵਾਰ ਨੂੰ ਪੰਜਾਬ ਤੇ ਹਰਿਆਣਾ ਵਿੱਚ ਕਈ ਥਾਈਂ ਮਾਨਸੂਨ ਦੀ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ, ਜਿਸ ਨਾਲ ਦੋਵਾਂ ਸੂਬਿਆਂ ਵਿੱਚ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ। ਤਾਪਮਾਨ ਸਧਾਰਨ ਦੇ ਨੇੜੇ ਤੇੜੇ ਪੁੱਜ ਗਿਆ। ਮੌਸਮ ਵਿਭਾਗ ਅਨੁਸਾਰ ਦੋਵਾਂ ਸੂਬਿਆਂ ਦੀ ਰਾਜਧਾਨੀ ਚੰਡੀਗੜ੍ਹ 'ਚ ਮੰਗਲਵਾਰ ਸ਼ਾਮ ਬਾਰਿਸ਼ ਹੋਈ, ਜਿਸ ਕਾਰਨ ਇੱਥੇ ਤਾਪਮਾਨ 35.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅੰਮ੍ਰਿਤਸਰ, ਲੁਧਿਆਣਾ ਤੇ ਪਟਿਆਲਾ ਵਿੱਚ ਤਾਪਮਾਨ ਕ੍ਰਮਵਾਰ 35.8, 35.7 ਅਤੇ 35.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਿਸਾਰ ਵਿੱਚ ਤਾਪਮਾਨ 37.2 ਡਿਗਰੀ ਜਦਕਿ ਕਰਨਾਲ ਦਾ ਤਾਪਮਾਨ 33.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।